ਜਿਹੜਾ ਦੇਖੋ ਬਹੁਤ ਅਹਿਮ ਮਸਲੇ, ਬਹੁਤ ਅਹਿਮ ਵਿਕਾਸ ਦੇ ਕੰਮ ਸੀ ਜਿਹੜੇ ਇਸ ਇਲਾਕੇ ਦੇ ਕੇਵਲ ਤੇ ਕੇਵਲ ਆਪਣੀ ਰਾਜਨੀਤਿਕ ਹੋਮੇ ਦੇ ਲਈ, ਜਿਨ੍ਹਾਂ ਦਾ ਮੈਂ ਬਾਰ-ਬਾਰ ਜ਼ਿਕਰ ਕਰਦਾ ਰਿਹਾ। ਭਾਵੇਂ ਉਹ ਸਬ ਡਿਵੀਜ਼ਨ ਦੇ ਵਿੱਚ ਬੈਠਣ ਵਾਲਾ ਐਸਡੀਐਮ ਸੀ, ਤਹਿਸੀਲਦਾਰ ਬੈਠਣ ਲੱਗ ਗਿਆ, ਐਸਡੀਐਮ ਕਿਉਂ ਨਹੀਂ ਬਿਠਾਇਆ ਜਾ ਰਿਹਾ ਹੈਗਾ। ਭਾਵੇਂ ਆ ਜਿਹੜੀ ਰੋਡ, ਇਸ ਰੋਡ ਨੇ ਇਸ ਇਲਾਕੇ ਦੇ ਮੈਂ ਸਮਝਦਾ ਵਿਕਾਸ ਨੂੰ ਇੱਕ ਬਹੁਤ ਵੱਡਾ ਹੁਲਾਰਾ ਦੇਣਾ ਸੀਗਾ, ਪਟਿਆਲਾ ਭੇਵਾ ਕੁਰੂਕਸ਼ੇਤਰ ਰੋਡ, ਇਹਦੀ ਡੀਪੀਆਰ ਕਿਉਂ ਨਹੀਂ ਭੇਜੀ ਗਈ ਹੈਗੀ। ਸੋ ਕਿੰਨੇ ਹੀ ਐਸੇ ਕੰਮ ਨੇ ਜਿਹਦਾ ਬਾਰ-ਬਾਰ ਅਸੀਂ ਜ਼ਿਕਰ ਕਰਦੇ ਰਹੇ ਵੀ ਉਹ ਕੰਮ ਰੁਕਵਾਏ ਗਏ। ਇੱਥੋਂ ਤੱਕ ਕਿ ਟਮਾਟਰਾਂ ਦੀਆਂ ਗਰਦਾਵਰੀਆਂ ਹੋ ਗਈਆਂ, ਵਿਸ਼ੇਸ਼ ਗਰਦਾਵਰੀਆਂ ਵਿਧਾਨ ਸਭਾ ਵਿੱਚ ਮੈਂ ਜ਼ੋਰ ਦੇ ਕੇ ਪਹਿਲੀ ਵਾਰੀ ਹੋਇਆ, ਹਾਰਟੀਕਲਚਰ ਕ੍ਰੌਪ ਦੀਆਂ ਗਰਦਾਵਰੀਆਂ ਹੋ ਗਿਆ ਜਿਹਨੂੰ ਨਾ ਕਰ ਚੁੱਕੇ ਸੀ ਅਫਸਰ ਵੀ, ਜਿਹਨੂੰ ਨਾ ਕਰ ਚੁੱਕੇ ਸੀ ਇਹਨਾਂ ਦੇ ਇੱਥੋਂ ਦੇ ਨੁਮਾਇੰਦੇ ਵੀ, ਉਹ ਕਰਵਾ ਲੀਆਂ। ਉਹਨਾਂ ਦੇ ਗਰਦਾਵਰੀਆਂ ਦੇ ਪੈਸੇ ਰੁਕਵਾ ਦਿੱਤੇ ਗਏ, ਕਟਵਾ ਦਿੱਤੇ ਗਏ। ਸਿਰਫ 9 ਕਿਸਾਨਾਂ ਨੂੰ ਮਿਲੇ ਆ, ਉਹਦਾ ਜ਼ਿਕਰ ਵੀ ਮੈਂ ਇੱਕ ਦਿਨ ਬਾਅਦ 'ਚ ਕਰੂੰਗਾ। ਤੇ ਗੜੇਮਾਰੀ ਦਾ ਮੁਆਵਜ਼ਾ 1.5 ਸਾਲ ਬਾਅਦ ਇਸ ਇਲਾਕੇ ਦੇ ਲੋਕਾਂ ਨੂੰ ਮਿਲਿਆ। ਹਾਲਾਂਕਿ ਕੇਸ ਤਿਆਰ ਕਰਵਾ ਕੇ ਆਪਾਂ ਸਭ ਤੋਂ ਪਹਿਲਾਂ ਭੇਜਿਆ ਸੀਗਾ, ਪਟਿਆਲੇ ਦੇ ਖਜ਼ਾਨੇ ਵਿੱਚ ਆਏ ਹੋਏ ਪੈਸੇ ਇੱਦਾਂ ਹੀ ਰੋਕ ਰੱਖੇ ਗਏ। ਚਲੋ ਇਹ ਬਾਰ-ਬਾਰ ਗੱਲਾਂ ਹੋਈਆਂ, ਪਰ ਹੁਣ ਤਾਂ ਮੈਂ ਸਮਝਦਾ ਕਈ ਵਾਰੀ ਸਬੂਤ ਨਹੀਂ ਰਹਿੰਦੇ ਹੈਗੇ। ਪਰ ਇੱਕ ਤਾਜ਼ਾ ਸਬੂਤ, ਜਿੱਥੇ ਜਿਵੇਂ ਆ ਰੋਡ ਦਾ ਸਬੂਤ ਆ, ਜਿਵੇਂ ਸਬ ਡਿਵੀਜ਼ਨ ਦਾ ਸਾਰੇ ਸਬੂਤ ਆ, ਇੱਕ ਹੋਰ ਸਬੂਤ ਅਸੀਂ ਹਿੰਮਤ ਕਰਕੇ ਜਦੋਂ ਪੰਜਾਬ ਸਰਕਾਰ ਨੇ ਹੱਥ ਖੜੇ ਕਰਤੇ ਸੀਗੇ, RKVY ਜਿਹੜੀ ਕੇਂਦਰ ਸਰਕਾਰ ਦੀ ਰਾਸ਼ਟਰੀ ਕ੍ਰਿਸ਼ੀ ਵਿਗਿਆਨ ਯੋਜਨਾ ਦੇ ਅਧੀਨ ਬੀੜਾਂ ਦੇ ਕੰਮ ਇੱਥੇ ਮਨਜ਼ੂਰ ਕਰਾਏ ਸੀਗੇ। ਬੜੀ ਬੀੜ ਭੁੰਦਰਹੇੜੀ, ਛੋਟੀ ਬੀੜ ਭੁੰਦਰਹੇੜੀ, ਜਿਹੜੀਆਂ ਉੱਧਰ ਦੀਆਂ ਬੀੜਾਂ ਤੁਸੀਂ ਦੇਖਿਆ ਉਹਨਾਂ ਦੀ ਫੈਂਸਿੰਗ ਹੋ ਚੁੱਕੀ ਸੀਗੀ। ਨਾਲ ਹੀ ਗਣੇਸ਼ਪੁਰ ਬੀੜ ਦਾ ਕੰਮ ਮਨਜ਼ੂਰ ਕਰਾਇਆ ਸੀ ਤੇ ਲਗਭਗ 5 ਕਰੋੜ ਰੁਪਇਆ ਲੱਗਣਾ ਸੀਗਾ। ਇਹ ਪੰਜਾਬ ਸਰਕਾਰ ਦਾ, ਇਹ 'ਤੇ ਕੋਈ ਖਰਚਾ ਨਹੀਂ ਆਉਣਾ ਸੀਗਾ। ਪਰ 5 ਕਰੋੜ ਰੁਪਇਆ ਕੇਵਲ ਤੇ ਕੇਵਲ ਇਸ ਗੱਲ ਕਰਕੇ ਕਾਫੀ ਲੰਬਾ ਸਮਾਂ ਉਹ ਪਿਆ ਰਿਹਾ, ਸਿਰਫ ਇਸ ਗੱਲ ਕਰਕੇ ਨਹੀਂ ਲਾਇਆ ਵੀ ਇਹਦਾ ਸਿਹਰਾ ਸਾਡੇ ਚੰਦੂਮਾਜਰਾ ਪਰਿਵਾਰ ਨੂੰ ਮਿਲੂਗਾ, ਸ਼੍ਰੋਮਣੀ ਅਕਾਲੀ ਦਲ ਨੂੰ ਮਿਲੂਗਾ। ਇਹ ਪੈਸਾ ਲਾਉਣ ਨਹੀਂ ਦਿੱਤਾ ਗਿਆ, ਆਪਣਾ ਰਸੂਖ ਵਰਤ ਕੇ। ਮੈਂ ਸਮਝਦਾ ਜਿਹੜੇ ਲੋਕ ਜਿਨ੍ਹਾਂ ਦਾ ਸਾਨੂੰ ਫਾਇਦਾ ਮਿਲਣਾ ਚਾਹੀਦਾ ਸੀਗਾ, ਐਡੇ ਵੱਡੇ ਨਾਮ, ਮਹਾਰਾਣੀ ਪ੍ਰਨੀਤ ਕੌਰ ਜੀ ਵਰਗਾ ਨਾਂ, ਉਹਨਾਂ ਦਾ ਫਾਇਦਾ ਤਾਂ ਕੀ ਮਿਲਣਾ ਸੀ, ਬਲਕਿ ਇਹ ਕੰਮ ਰੁਕਵਾਉਣ ਦੇ ਵਿੱਚ ਉਹਨਾਂ ਦੀ ਸ਼ਖਸੀਅਤ ਦਾ ਲਾਹਾ ਲੱਤਾ ਗਿਆ। 5 ਕਰੋੜ ਲੱਗਣ ਨਹੀਂ ਦਿੱਤਾ। ਉਸ ਤੋਂ ਬਾਅਦ ਕੀ ਹੁੰਦਾ, ਕੇਂਦਰ ਸਰਕਾਰ ਦੀ ਇੱਕ ਲੈਟਰ ਆ ਜਾਂਦੀ ਆ এনवायरमेंट ਮਿਨਿਸਟਰੀ ਦੀ, ਤੇ ਉਹ ਲੈਟਰ ਦੇ ਵਿੱਚ ਰੋਕ ਲਾ ਦਿੱਤੀ ਜਾਂਦੀ ਆ ਕਿ ਸੂਬਾ ਸਰਕਾਰਾਂ ਆਪਣੇ ਪੈਸੇ ਲਾਉਣ, RKVY ਦੇ ਅਧੀਨ ਹੁਣ ਫੈਂਸਿੰਗ ਤੇ ਪੈਸੇ ਨਹੀਂ ਲੱਗਣਗੇ। ਤੇ ਸਾਡਾ ਪੈਸਾ, ਸਾਡੀ ਸਾਰੀ ਉਹ ਮਿਹਨਤ ਇੱਦਾਂ ਹੀ ਜਾਇਆ ਗਈ ਤੇ ਪੈਸਾ ਸੀਗਾ ਜਿਹੜਾ ਉਹ 'ਤੇ ਰੋਕ ਲੱਗ ਗਈ, ਪੈਸੇ ਵਾਪਸ ਮੰਗ ਲਏ। 5 ਕਰੋੜ ਕਾਫੀ ਦੇਰ ਉਹ ਸਾਲ 1.5 ਸਾਲ ਪਿਆ, ਵਾਪਸ ਮੰਗਿਆ ਗਿਆ। ਉਦੋਂ ਬਾਅਦ ਅਸੀਂ ਦਿੱਲੀ ਗਏ, ਜਾ ਕੇ ਕੇਂਦਰ ਦੇ ਵਜ਼ੀਰਾਂ ਨਾਲ ਵੀ ਤੇ ਪੰਜਾਬ ਦੇ ਫੋਰੈਸਟ ਦੇ ਸੀਨੀਅਰ ਅਧਿਕਾਰੀ ਸਾਹਿਬਾਨਾਂ ਨਾਲ ਵੀ ਉਹਨਾਂ ਨੇ ਬਹੁਤ ਕੋਆਪਰੇਟ ਕੀਤਾ। ਮੈਂ ਐਵੇਂ ਕਹਾਂ, ਪੰਜਾਬ ਸਰਕਾਰ ਦੇ ਉਹਨਾਂ ਅਧਿਕਾਰੀਆਂ ਨੇ ਬਹੁਤ ਕੋਆਪਰੇਟਿਵ ਕੀਤਾ। ਮੇਰੇ ਹਲਕੇ ਦੇ ਲੋਕ ਸਾਡੇ ਨਾਲ ਗਏ, ਅੱਜ ਇਸ ਇਲਾਕੇ ਦੇ ਲੋਕ ਇਸ ਚੀਜ਼ ਦੀ ਗਵਾਹੀ ਭਰਦੇ ਨੇ, ਉਹ ਸਾਡੇ ਨਾਲ ਗਏ ਤੇ ਉਹ ਬਾਅਦ 'ਚ ਚਿੱਠੀਆਂ ਪੱਤਰਾਂ ਦਾ ਸਾਡੇ ਜਿਹੜੇ ਯਤਨ ਸੀ ਉਹਨਾਂ ਨੂੰ ਬੂਰ ਪਿਆ। 5 ਕਰੋੜ ਰੁਪਇਆ ਸਪੈਸ਼ਲ ਪਰਮਿਸ਼ਨ ਦੇ ਨਾਲ ਇਹਨਾਂ ਬੀੜਾਂ, ਇਸ ਬੀੜ ਵਾਸਤੇ ਜਿਹੜਾ ਹੈਗਾ ਮੁੜ ਕੇ ਜਾਰੀ ਕਰ ਦਿੱਤਾ ਗਿਆ। ਕੇਂਦਰ ਦਾ ਪੈਸਾ ਸੀਗਾ 5 ਕਰੋੜ। ਲੰਬਾ ਸਮਾਂ ਮੈਂ ਹੱਥ ਪੈਰ ਮਾਰਦਾ ਰਿਹਾ, ਪਰ 5 ਕਰੋੜ ਖਰਚਣ 'ਚ ਨਹੀਂ ਆਏ। ਫਿਰ ਅਖੀਰ 'ਚ ਜਦੋਂ ਮੈਂ ਚੰਡੀਗੜ੍ਹ ਇਹਨਾਂ ਦੇ ਡਿਪਾਰਟਮੈਂਟ 'ਚ ਜਾ ਕੇ ਆਇਆ, ਫਿਰ ਉਹਨਾਂ ਨੇ ਬਾਰ-ਬਾਰ ਮੇਰੀਆਂ ਬੇਨਤੀਆਂ ਦੇ ਉੱਤੇ 2 ਕਰੋੜ ਰੁਪਇਆ ਰਿਲੀਜ਼ ਕੀਤਾ 9/3/2021 ਨੂੰ, ਜਿੱਥੋਂ ਹੁਣ ਸਬੂਤ ਜਿਹੜਾ ਮੈਂ ਤੁਹਾਡੇ ਅੱਗੇ ਰੱਖਣਾ ਚਾਹੁੰਦਾ। ਇਹ ਤਾਂ ਸਾਰੀ ਕਹਾਣੀ ਤੁਸੀਂ ਵੀ ਸਾਰੇ ਜਾਣਦੇ ਹੋ, ਪਹਿਲਾਂ ਵੀ ਆਪਾਂ ਆਹ ਹੈਗਾ ਜੀ ਡਿਵੀਜ਼ਨਲ ਫੋਰੈਸਟ ਆਫਿਸਰ ਪਟਿਆਲਾ ਦੇ ਨਾਂ ਦੇ ਉੱਤੇ 2 ਕਰੋੜ ਰੁਪਏ ਦਾ ਚੈੱਕ ਆ। 2 ਕਰੋੜ ਰੁਪਇਆ ਸਿੱਧਾ ਅਕਾਊਂਟ 'ਚ RTGS ਹੋਈ ਸੀਗੀ ਤੇ ਆਹ ਅਕਾਊਂਟ ਨੰਬਰ ਦਿੱਤਾ ਹੋਇਆ। ਤੁਸੀਂ ਅਕਾਊਂਟ ਨੰਬਰ, ਜਿਸ ਅਕਾਊਂਟ 'ਚ ਪੈਸੇ ਟ੍ਰਾਂਸਫਰ ਹੋਏ ਸੀਗੇ, ਆਹ ਅਕਾਊਂਟ ਨੰਬਰ ਆ ਜਿਹੜਾ, ਸੌਰੀ ਆਹ ਅਕਾਊਂਟ ਨੰਬਰ ਆ, ਆਹ IFSC ਕੋਡ ਆ, ਆਹ ਬ੍ਰਾਂਚ ਹੈਗੀ ਆ ਡਿਵੀਜ਼ਨਲ ਫੋਰੈਸਟ ਆਫਿਸਰ ਪਟਿਆਲਾ, ਆਪੋਜ਼ਿਟ ਸੈਂਟਰਲ ਜੇਲ੍ਹ ਪਟਿਆਲਾ। ਮਤਲਬ DFO ਦੇ ਨਾਂ ਦੇ ਉੱਤੇ ਉਹਦੇ ਅਕਾਊਂਟ ਦੇ ਵਿੱਚ 2 ਕਰੋੜ ਰੁਪਇਆ ਟ੍ਰਾਂਸਫਰ ਹੁੰਦਾ। ਕਿੰਨੀ ਤਰੀਕ ਨੂੰ? 9 ਮਾਰਚ 2021 ਨੂੰ। ਉਸ ਤੋਂ ਬਾਅਦ ਇਹਦੇ ਨਾਲ ਜਿਹੜੀ ਚਿੱਠੀ ਲਾਈ ਸੀਗੀ ਉਹਦੇ ਵਿੱਚ ਮੈਂਸ਼ਨ ਕੀਤਾ ਗਿਆ ਸੀਗਾ ਵੀ ਮੌਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਹ ਫਸਟ ਫੇਜ਼ ਦੇ ਪੈਸੇ ਮੈਨੂੰ ਕਿਹਾ ਗਿਆ ਵੀ ਚਲੋ ਫਸਟ ਫੇਜ਼ ਤੁਸੀਂ ਕੰਪਲੀਟ ਕਰੋ, 3 ਕਰੋੜ ਅਸੀਂ ਬਾਅਦ 'ਚ ਜਾਰੀ ਕਰ ਦਾਂਗੇ। ਚਲੋ ਹਾਲਾਂਕਿ ਉਹ ਵੀ ਗਲਤ ਸੀਗਾ, ਪਰ ਅਸੀਂ ਮੰਨ ਗਏ ਚਲੋ ਫਸਟ ਫੇਜ਼, ਇੱਕ ਫੇਜ਼ ਤਾਂ ਸ਼ੁਰੂ ਤਾਂ ਹੋਵੇ ਕੰਪਲੀਟ, ਉਹ ਤਾਂ ਕੰਪਲੀਟ ਹੋਵੇ। ਤੇ ਮੌਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਹਨੂੰ ਕੰਪਲੀਟ ਕਰਨ ਦੀ ਹਦਾਇਤਾਂ ਕੀਤੀਆਂ ਗਈਆਂ ਸੀਗੀਆਂ। ਪਰ ਦੇਖੋ ਜਦੋਂ ਇਹ ਗੱਲਾਂ ਬਾਹਰ ਆਈਆਂ, ਫਿਰ ਜਿਹੜੇ ਕਹਿੰਦੇ ਨੇ ਅਸੀਂ ਵਿਕਾਸ ਦੀ ਹਨੇਰੀ ਲਿਆਂਦੀ ਹੋਈ ਆ, ਉਹਨਾਂ ਦੀ ਸੋਚ ਆ ਜਿਹੜੀ ਉਹ ਉਜਾਗਰ ਹੁੰਦੀ ਆ ਇੱਥੋਂ। ਫਿਰ ਆਹ ਪੈਸੇ, ਆਹ ਚਿੱਠੀ ਆ, ਮੂੰਹ ਜਵਾਨੀ ਤਾਂ ਹੁਣ ਜਾ ਨਹੀਂ ਸਕਦੇ ਸੀ, ਪੈਸੇ ਅਕਾਊਂਟ 'ਚ ਟ੍ਰਾਂਸਫਰ ਹੋ ਚੁੱਕੇ ਸੀਗੇ, ਕਿਉਂਕਿ ਪਹਿਲਾਂ ਤਾਂ ਕੰਸੋਲੀਡੇਟਿਡ ਫੰਡ 'ਚ ਸੀ ਨਾ ਜਦੋਂ 5 ਕਰੋੜ 'ਤੇ ਰੋਕ ਲੱਗੀ ਸੀਗੀ।
ਇਹ ਅਕਾਊਂਟ 'ਚ DFO ਦੇ ਅਕਾਊਂਟ 'ਚ ਟ੍ਰਾਂਸਫਰ। ਫਿਰ ਆਹ ਚਿੱਠੀ ਦੇ ਰਾਹੀਂ 19/4/2021 ਦੀ ਇਸ ਚਿੱਠੀ ਦੇ ਰਾਹੀਂ ਉਹ ਪੈਸੇ ਵਾਪਸ ਮੰਗਾ ਲਿੱਤੇ ਜਾਂਦੇ ਨੇ। ਆ ਗਣੇਸ਼ਪੁਰ ਬੀੜ ਦੇ ਪੈਸੇ ਇਹ, ਤੇ ਅਕਾਊਂਟ ਨੰਬਰ ਇੰਨੇ ਦੇ ਵਿੱਚੋਂ ਫੰਡਸ ਟ੍ਰਾਂਸਫਰ ਕਰਨ ਸੰਬੰਧੀ ਇਹ ਇਸ ਅਕਾਊਂਟ 'ਚੋਂ 409 ਨੰਬਰ ਅਕਾਊਂਟ ਆ ਜਿਹੜਾ, ਉਹਦੇ ਵਿੱਚੋਂ ਆ 409 ਨੰਬਰ ਅਕਾਊਂਟ, ਇਹਦੇ ਵਿੱਚੋਂ 2 ਕਰੋੜ ਰੁਪਇਆ ਹੇਠ ਲਿਖੇ ਖਾਤਾ ਨੰਬਰ RTGS ਰਾਹੀਂ ਟ੍ਰਾਂਸਫਰ ਕਰਨ ਦੀ ਖੇਚਲ ਕੀਤੀ ਜਾਵੇ। ਮਤਲਬ ਇਹ ਪੈਸੇ ਫਿਰ ਇਸ ਚਿੱਠੀ ਦੇ ਰਾਹੀਂ ਵਾਪਸ ਮੰਗਾਏ ਗਏ। ਹੁਣ ਦੱਸੋ ਇਹ ਰਾਜਨੀਤੀ ਆ ਜੀ? ਇਹ ਉਹੀ ਰਾਜਨੀਤੀ ਆ। ਤੁਸੀਂ ਮੈਨੂੰ ਦੱਸੋ ਵੀ ਸਬ ਡਿਵੀਜ਼ਨ ਬਣੀ ਹੋਈ ਹੈ ਦੁੱਧਨ ਸਾਦਾ PB 83 ਚੱਲਦਾ ਜਾਂ ਨਹੀਂ ਚੱਲਦਾ? ਤੇ ਉਹ ਸਬ ਡਿਵੀਜ਼ਨ ਦੇ ਵਿੱਚ SDM ਕਿਉਂ ਨਹੀਂ ਬੈਠਦਾ ਹੈਗਾ? ਅੱਜ ਜੇ ਉੱਥੇ ਤਹਿਸੀਲਦਾਰ ਬੈਠਣ ਲੱਗ ਗਿਆ, ਚਲੋ ਤਹਿਸੀਲ ਬਣੀ ਆ, ਤਹਿਸੀਲਦਾਰ ਬੈਠਣ ਲੱਗ ਗਿਆ, SDM ਕਿਉਂ ਨਹੀਂ ਬੈਠਦਾ ਹੈਗਾ? SDM ਪਟਿਆਲੇ ਇੱਕ ਛੋਟੇ ਜਿਹੇ ਕਮਰੇ 'ਚ ਬੈਠਦਾ, ਕਿ ਇੱਥੇ SDM ਨਹੀਂ ਬੈਠ ਸਕਦਾ ਹੈਗਾ? ਜਦੋਂ ਪੁੱਛਿਆ ਮੈਂ ਪੰਜਾਬ ਦੀ ਵਿਧਾਨ ਸਭਾ ਵਿੱਚ, ਮੇਰੇ ਖਿਆਲ 8-10 ਵਾਰੀ ਇਹ ਮੁੱਦਾ ਚੁੱਕਿਆ ਗਿਆ। ਜਦੋਂ ਕਿਸੇ ਹੋਰ ਹਲਕੇ ਦਾ ਸਵਾਲ ਵੀ ਹੁੰਦਾ ਸੀ, ਮੈਂ ਤਾਂ ਵੀ ਉੱਠ ਕੇ ਇਹ ਰੱਖ ਦਿੰਦਾ ਸੀ ਵੀ ਸਾਡੀ ਦੁੱਧਨ ਸਾਦਾ ਸਬ ਡਿਵੀਜ਼ਨ ਦੇ ਵਿੱਚ ਇੱਦਾਂ ਹੋ ਰਿਹਾ ਜੀ, ਸਾਡਾ SDM ਨਹੀਂ ਬੈਠ ਰਿਹਾ ਉੱਥੇ। ਤੇ ਕਿਉਂ ਨਹੀਂ ਬਿਠਾਇਆ ਜਾ ਰਿਹਾ ਹੈਗਾ? ਜਦੋਂ ਪੁੱਛਿਆ ਤਾਂ ਪਹਿਲੀ ਵਾਰੀ ਜਿਹੜੇ ਮੰਤਰੀ ਜੀ ਸੀਗੇ ਉਹਨਾਂ ਨੇ ਜਵਾਬ ਦਿੱਤਾ, ਕਹਿੰਦੇ ਜੀ ਬਿਲਡਿੰਗ ਅਨਸੇਫ ਆ। ਮੈਂ ਪੁੱਛਿਆ ਵੀ ਜੇ ਬਿਲਡਿੰਗ ਉੱਥੇ ਬੈਠੇ ਬਾਕੀ ਸਟਾਫ ਲਈ ਸੇਫ ਹੋ ਸਕਦੀ ਆ, ਤਹਿਸੀਲਦਾਰ ਬੈਠਦਾ, ਨਾਇਬ ਤਹਿਸੀਲਦਾਰ ਬੈਠਦਾ, ਲੋਕ ਕੰਮ ਕਰਾਉਣ ਜਾਂਦੇ ਨੇ, ਜੇ ਉਹਨਾਂ ਲਈ ਸੇਫ ਹੋ ਸਕਦੀ ਆ ਤਾਂ SDM ਲਈ ਇਕੱਲੇ ਲਈ ਅਨਸੇਫ ਕਿਵੇਂ ਹੋ ਸਕਦੀ ਆ? ਦੂਜਾ ਮੈਂ ਸਵਾਲ ਕੀਤਾ ਉਹਨਾਂ ਨੂੰ ਵੀ ਜੇ ਤੁਹਾਡੀ ਗੱਲ, ਮੈਂ ਫਿਰ ਉਹਨਾਂ ਨੇ ਮੈਨੂੰ ਰਿਟਨ ਦੇ ਵਿੱਚ ਜਿਹੜਾ ਇੱਕ ਆਨਸਰ ਕੀਤਾ, ਕਹਿੰਦੇ ਜੀ ਜਗ੍ਹਾ ਘੱਟ ਆ SDM ਦੇ ਲਈ। ਮੈਂ ਕਿਹਾ ਬੜੀ ਹੈਰਾਨੀ ਵਾਲੀ ਗੱਲ ਆ ਵੀ SDM ਪਟਿਆਲੇ ਇੱਕ ਛੋਟੇ ਜਿਹੇ ਕਮਰੇ 'ਚ ਬੈਠਦਾ ਹੈ, ਬੰਦਾ ਹੀ ਆ, ਇੱਕ ਬੰਦੇ ਨੇ ਬੈਠਣਾ, ਕੋਈ ਹੋਰ ਕੋਈ ਵੱਡੀ ਤੋਪ ਤਾਂ ਹੈ ਨਹੀਂ ਜਿਹੜੀ ਆਪਾਂ ਅੰਦਰ ਵਾੜਨੀ ਹੈ ਕਮਰੇ ਦੇ। ਤੇ ਜੇ ਪਟਿਆਲੇ ਇੱਕ ਕਮਰੇ 'ਚ ਬੈਠ ਸਕਦਾ ਤਾਂ ਐਡੀ ਵੱਡੀ ਬਿਲਡਿੰਗ SDM ਲਈ ਕਿਵੇਂ ਘੱਟ ਹੋ ਸਕਦੀ ਆ ਜੀ? ਦੂਜੀ ਗੱਲ, ਮੈਂ ਅੱਜ ਤੁਹਾਡੇ ਚੈਨਲ ਰਾਹੀਂ, ਮੈਂ ਪਹਿਲਾਂ ਵੀ ਅਖਬਾਰਾਂ ਰਾਹੀਂ ਖੁੱਲ੍ਹੇ ਰੂਪ ਵਿੱਚ ਬਿਆਨ ਕੀਤੀ ਸੀ, ਅੱਜ ਮੈਂ ਫੇਰ ਕਹਿਣਾ ਵੀ ਜੇ ਸਬ ਡਿਵੀਜ਼ਨ ਦੀ ਬਿਲਡਿੰਗ ਛੋਟੀ ਪੈਂਦੀ ਆ, ਇਹਨਾਂ ਨੂੰ ਅਨਸੇਫ ਲੱਗਦੀ ਆ, ਸਾਡੇ SDM ਸਾਹਿਬ ਨੂੰ, ਜਾਂ ਇਹਨਾਂ ਦੇ ਕਹਿਣ ਮੁਤਾਬਕ ਅਨਸੇਫ ਆ ਪੰਜਾਬ ਸਰਕਾਰ ਦੇ, ਮੈਂ ਆਪਣੇ ਤੌਰ ਦੇ ਉੱਤੇ ਕਿਰਾਏ ਦੇ ਉੱਤੇ ਅਸੀਂ ਕੋਠੀ ਲੈ ਕੇ ਜਿੰਨੀ ਦੇਰ ਤੱਕ ਬਿਲਡਿੰਗ ਨਹੀਂ ਬਣਦੀ, ਚਾਹੇ ਸਾਲ ਚੱਲੇ ਚਾਹੇ 2 ਸਾਲ ਚੱਲੇ, ਅਸੀਂ ਲੈ ਕੇ ਦਿੰਦੇ ਆ। ਹਾਮੀ ਭਰਨ ਵੀ SDM ਨੂੰ ਉੱਥੇ ਬਿਠਾਉਣਗੇ। ਦੇਵੀਗੜ੍ਹ 'ਚ ਘੱਟ ਆ, ਦੁੱਧਨ ਸਾਦਾ 'ਚ ਘੱਟ ਆ ਕੋਠੀਆਂ ਦਾ, ਲੋਕ ਜਗ੍ਹਾ ਦੇਣ ਨੂੰ ਤਿਆਰ ਆ ਯਾਰ, SDM ਤਾਂ ਬਿਠਾਓ ਤੁਸੀਂ। ਸੋ ਹੈਰੀਮਾਲ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਜਲਦੀ ਹੀ ਜਿਹੜੀ ਆ ਤਹਿਸੀਲ ਦਾ ਕੰਮ ਹੈ ਬਿਲਡਿੰਗ ਦਾ ਨਵਾਂ ਸ਼ੁਰੂ ਕਰਵਾਇਆ। ਮੈਂ ਕਿਹਾ ਜੀ ਇਹ ਦਾਅਵੇ ਤਾਂ, ਇਹ ਵਾਅਦੇ ਤਾਂ ਮੈਨੂੰ 2000 ਕਹਿੰਦੇ ਮਨਜ਼ੂਰ ਹੋ ਗਏ। ਮੈਂ ਕਿਹਾ 2019 ਦੇ ਵਿੱਚ ਮੈਨੂੰ ਪ੍ਰੋਮਿਸ ਕੀਤਾ ਗਿਆ ਸੀਗਾ, ਅਸ਼ੋਰੈਂਸ ਦਿੱਤੀ ਗਈ ਸੀ ਵਿਧਾਨ ਸਭਾ ਦੇ ਵਿੱਚ, ਪਰ ਮੈਂ ਕਹਿੰਦਾ ਇਸ਼ੂ ਹੀ ਨਹੀਂ ਹੈਗਾ। ਬਿਲਡਿੰਗ ਕਰਕੇ SDM ਨਾ ਬੈਠ ਰਿਹਾ ਹੋਵੇ, ਇਹਦਾ ਇਸ਼ੂ ਹੀ ਨਹੀਂ ਹੈਗਾ। ਮੈਂ ਕਹਿੰਦਾ ਵੀ ਮੈਂ ਕਿਰਾਏ ਤੇ ਬਿਲਡਿੰਗ ਲੈ ਕੇ ਦੇਣ ਨੂੰ ਤਿਆਰ ਹਾਂ ਇੱਥੇ, ਵੀ ਇਹ ਬਿਠਾਓ SDM ਇੱਥੇ। ਪਰ ਜੇ ਦੁੱਧਨ ਸਾਧਾਂ, ਜੇ ਪਟਿਆਲੇ SDM ਦੁੱਧਨ ਸਾਧਾਂ ਦਾ ਇੱਕ ਕਮਰੇ 'ਚ ਬੈਠ ਰਿਹਾ ਤਾਂ ਕੀ ਇੱਥੇ ਕਮਰਾ ਵਿਹਲਾ ਨਹੀਂ ਹੈਗਾ ਕੋਈ? ਇਸ ਬਿਲਡਿੰਗ 'ਚ ਨਹੀਂ ਬੈਠ ਸਕਦਾ ਉਹ? ਕਿਉਂ ਬਿਠਾਇਆ ਜਾ ਰਿਹਾ ਪਟਿਆਲੇ? ਇਹ ਸਿਰਫ ਤੇ ਸਿਰਫ ਇੱਕ ਰਾਜਨੀਤੀ ਆ। ਮੈਂ ਸਮਝਦਾ ਐਸੀ ਰਾਜਨੀਤੀ ਤਾਂ ਕਿਸੇ, ਮੈਂ ਹਿੰਦੁਸਤਾਨ ਦੇ ਕਿਸੇ ਕੋਨੇ ਵਿੱਚ ਨਹੀਂ ਹੋਈ ਹੋਊਗੀ ਯਾਰ। ਵੀ ਦੇਖੋ ਚੰਗਾ ਭਲਾ SDM ਇੱਥੇ ਬੈਠਦਾ, ਪਹਿਲਾਂ ਵੀ ਤਾਂ ਬੈਠਦੇ ਸੀ ਇੱਥੇ, ਤੇ ਉਹ ਬਿਠਾਉਂਦਾ, ਤੁਸੀਂ ਉੱਥੇ ਬੈਠਣ ਲਾਤੇ ਆ। ਇਹੋ ਜਿਹੀ ਰਾਜਨੀਤੀ ਤਾਂ ਕਿਸੇ ਚੰਗੀ ਸੋਚ, ਚੰਗੇ ਵਿਚਾਰਾਂ ਵਾਲੇ, ਐਸੀ ਸੋਚ ਵਾਲੇ ਬੰਦੇ ਤਾਂ ਕਦੇ ਰਾਜਨੀਤੀ ਵਿੱਚ ਹੋ ਹੀ ਨਹੀਂ ਸਕਦੇ, ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਕੀ ਦਿਸ਼ਾ ਦੇਣਗੇ ਸਾਡੀ ਰਾਜਨੀਤੀ ਨੂੰ? ਤੇ ਫਿਰ ਆ ਜਿਹੜੀ ਰੋਡ ਆ ਪਟਿਆਲਾ ਭੇਵਾ ਕੁਰੂਕਸ਼ੇਤਰ ਯਮੁਨਾ ਨਗਰ ਰੋਡ, ਇਹ ਰੋਡ ਮੈਂ ਵਾਰ-ਵਾਰ ਦੇਖੋ ਟੈਲੀਵਿਜ਼ਨ ਦੇ ਉੱਤੇ ਵੀ, ਵਿਧਾਨ ਸਭਾ ਦੇ ਵਿੱਚ ਵੀ, ਮੈਡਮ ਰਜ਼ੀਆ ਸੁਲਤਾਨਾ ਜੀ ਦੀ ਉਹ ਸਟੇਟਮੈਂਟ ਤੁਹਾਡੇ ਜ਼ਰੀਏ ਵੀ ਇੱਕ ਦਿਨ ਫੇਰ ਦਿਖਾਵਾਂਗੇ ਆਪਾਂ, ਕਿ ਉਹਨਾਂ ਨੇ ਇਹ ਕਹਿੰਦੇ ਸੀ ਕਿ ਇਹ ਤਾਂ ਬਣਿਆ ਹੀ ਨਹੀਂ ਹੈਗਾ ਨੈਸ਼ਨਲ ਹਾਈਵੇ। ਉਹਨਾਂ ਵੱਲੋਂ ਕਿਹਾ ਗਿਆ ਕਿ ਝੂਠ ਬੋਲਦੇ ਆ, ਕੋਈ ਨਹੀਂ ਬਣਿਆ ਗਿਆ। ਮੈਂ ਤੁਹਾਨੂੰ ਉਹਦੀ ਕਿਉਂਕਿ ਅੱਜ ਤਾਂ ਮੈਂ ਲੈ ਕੇ ਨਹੀਂ ਆਇਆ, ਮੈਂ ਤਾਂ ਝੂਠ ਬੋਲਦਾ, ਪਰ ਇਹਨਾਂ ਦੀ ਮੈਡਮ ਰਜ਼ੀਆ ਸੁਲਤਾਨਾ ਤਾਂ ਇਹਨਾਂ ਦੀ ਸੀ, ਉਹ ਵੀ ਝੂਠ ਬੋਲਦੀ ਆ। ਉਹਨੂੰ ਮੈਂ ਸਵਾਲ ਹੀ ਸਿੱਧਾ ਇਹ ਕੀਤਾ ਸੀਗਾ ਵੀ ਕੀ ਮੰਤਰੀ ਜੀ ਕਿਰਪਾ ਕਰਕੇ ਦੱਸਣਗੇ ਕਿ ਇਹ ਰਾਸ਼ਟਰੀ ਰਾਜਮਾਰਗ ਬਣ ਚੁੱਕਿਆ? ਜੇ ਬਣ ਚੁੱਕਿਆ ਇਹਦੀ DPR ਕਦੋਂ ਤੱਕ ਭੇਜੀ ਜਾਊਗੀ ਤੇ ਇਹਦਾ ਕੰਮ ਕਦੋਂ ਤੱਕ ਸ਼ੁਰੂ ਹੋ ਜਾਊਗਾ? ਤੇ ਉਹਨਾਂ ਨੇ ਜਵਾਬ ਵਿੱਚ ਕਿਹਾ ਸੀਗਾ ਕਿ ਹਾਂਜੀ, ਬੜਾ ਸਪੈਸੀਫਿਕਲੀ ਇਹ ਸਵਾਲ ਤਾਂ ਮੇਰਾ ਸੀਗਾ, ਪਰ ਇਹਨਾਂ ਵਾਲਾ ਕੀਤਾ ਸਵਾਲ ਮੈਂ ਰੱਖਿਆ ਉੱਥੇ। ਕਹਿੰਦੇ ਹਾਂਜੀ ਇਹ ਰਾਸ਼ਟਰੀ ਰਾਜਮਾਰਗ ਬਣ ਚੁੱਕਿਆ, ਪ੍ਰਿੰਸੀਪਲੀ ਸਿਧਾਂਤਕ ਤੌਰ ਤੇ ਇਹਨੂੰ ਮਨਜ਼ੂਰੀ ਮਿਲ ਚੁੱਕੀ ਆ, ਤੇ ਇਹਦੀ DPR 2018-19 ਦੇ ਅੰਤ ਤੱਕ ਭੇਜ ਦਿੱਤੀ ਜਾਊਗੀ। ਇਹ ਮੈਡਮ ਰਜ਼ੀਆ ਸੁਲਤਾਨਾ ਉਸ ਸਮੇਂ ਦੇ PWD ਮਿਨਿਸਟਰ। ਪਿੱਛੇ ਕਿਸ ਦਾ ਹੱਥ ਮੰਨਦੇ ਹੋ ਔਰ ਕੀ ਕਾਰਨ ਤੁਸੀਂ ਮੰਨਦੇ ਹੋ? ਦੇਖੋ ਮੈਂ ਸਮਝਦਾ ਹਾਂ ਵੀ ਸ਼ਾਇਦ ਹੁਣ ਮੈਨੂੰ ਆਸ ਆ ਵੀ ਕੰਮ ਹੋਣ ਲੱਗ ਪੈਣ। ਇਹ ਕੰਮ ਸੀਗੇ, ਇਹ ਕੰਮ ਸੀ ਜਿਹੜੇ ਆ ਗਲੀਆਂ ਨਾਲੀਆਂ ਕੋਈ ਵੱਧ ਬਣਾ ਦੂ ਕੋਈ ਘੱਟ ਬਣਾ ਦੂ। ਮੇਰੇ ਖਿਆਲ ਜਿੰਨੀਆਂ 4 ਮਹੀਨੇ 'ਚ ਲਿਆ ਕੇ ਗਰੰਟਾਂ ਮੈਂ ਵੰਡਤੀਆਂ, ਇੰਨੀਆਂ ਤਾਂ ਕੋਈ ਵੰਡ ਹੀ ਨਹੀਂ ਸਕਦਾ ਹੈਗਾ।
ਪਰ ਮੈਂ ਉਹਨੂੰ ਆਪਣੀ ਪ੍ਰਾਪਤੀ ਨਹੀਂ ਮੰਨਦਾ ਸੀ। ਇਹ ਕੰਮ ਸੀ ਜਿਹੜੇ ਕੰਮਾਂ ਨੇ ਇਸ ਇਲਾਕੇ ਦੇ ਵਿਕਾਸ ਦੀ ਬੁਨਿਆਦ ਰੱਖੀ ਸੀ। ਆ ਸਬ ਡਿਵੀਜ਼ਨ, ਇਹਨੇ ਸਬ ਡਿਵੀਜ਼ਨਲ ਹਸਪੀਟਲ ਸਬ ਡਿਵੀਜ਼ਨ ਦੇ ਵਿੱਚ ਆਟੋਮੈਟਿਕਲੀ ਬਣਨਾ ਸੀ। ਇੱਥੇ ਐਕਸੀਅਨ ਦਫ਼ਤਰ, ਇੱਥੇ ਡੀਐਸਪੀ ਦਫ਼ਤਰ, ਉਹ ਦਫ਼ਤਰ ਆਉਣੇ ਸੀਗੇ। ਇੱਥੋਂ ਤੁਸੀਂ ਐਸਡੀਐਮਪੀ ਚੱਕ ਕੇ ਲੈ ਗਏ। ਫਿਰ ਇਹ 4 ਲੇਨ ਜਿਹੜੀ ਆ ਤੁਹਾਡੇ ਨੈਸ਼ਨਲ ਹਾਈਵੇ ਨੇ, ਇਸ ਇਲਾਕੇ ਦੇ ਵਿੱਚ ਰੋਜ਼ਗਾਰ ਦੇ ਦਰਵਾਜ਼ੇ ਖੋਲ੍ਹਣੇ ਸੀਗੇ, ਕੋਈ ਨਾ ਕੋਈ ਵੱਡੀ ਇੰਡਸਟਰੀ ਆਉਣੀ ਸੀਗੀ। ਸੋ ਇਹ ਹੈਰੀ ਮਾਨ ਦੀ ਤਾਂ ਇੰਨੀ ਹਸਤੀ ਨਹੀਂ ਹੈਗੀ ਵੀ ਨਾ ਐਡੇ ਕੰਮ ਕਰਾ ਲਵੇ, ਨਾ ਇਹ ਕੰਮਾਂ ਨੂੰ ਰੁਕਵਾ ਲਵੇ। ਇਹ ਕੇਵਲ ਤੇ ਕੇਵਲ ਮੈਂ ਸਮਝਦਾ ਮਹਾਰਾਣੀ ਪ੍ਰਨੀਤ ਕੌਰ ਜੀ, ਅਫਸਰ ਸਾਹਿਬਾਨ ਕਹਿੰਦੇ ਰਹੇ ਆ ਮੈਨੂੰ ਵੀ ਹੈਰੀ ਮਾਨ ਦੀ ਸਾਨੂੰ ਕੋਈ ਪਰਵਾਹ ਨਹੀਂ ਹੈਗੀ, ਨਾ ਹੈਰੀ ਮਾਨ ਨੂੰ ਅਸੀਂ ਕੋਈ ਚੰਗਾ ਸਮਝਦੇ ਆ, ਨਾ ਹੈਰੀ ਮਾਨ ਦੀ ਸਾਡੇ ਸਾਹਮਣੇ ਕੋਈ ਚੀਜ਼ ਆ। ਵੀ ਸਾਨੂੰ ਤਾਂ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਜਦੋਂ ਫੋਨ ਆ ਜਾਂਦਾ ਹੈ ਵੀ ਫਿਰ ਮਜਬੂਰੀ ਬਣ ਜਾਂਦੀ ਆ। ਹੁਣ ਕਹਿੰਦੇ 38 ਕਰੋੜ ਨਾਲ ਇਹ ਹਾਈਵੇ ਬਣੇਗਾ। ਹਾਂ 38 ਕਰੋੜ ਤਾਂ ਜੇਬ 'ਚ ਦੇ ਰਹੇ ਆ ਨਾ ਉਹ। 36 ਕਰੋੜ ਨਾਲ ਇਹ ਹਾਈਵੇ ਕਿੱਥੋਂ ਬਣ ਰਿਹਾ ਉਹਨੂੰ ਪੁੱਛਿਓ। ਜਿਹੜਾ ਕਹਿ ਰਿਹਾ 38 ਕਰੋੜ ਨਾਲ ਹਾਈਵੇ ਬਣੂਗਾ, ਕਦੇ ਪਿੰਡ ਦੀ ਆਪਣੇ ਦੀ ਨਾਲੀ ਨਹੀਂ ਪਵਾਈ ਹੋਊਗੀ। 36 ਕਰੋੜ ਦੇ ਲਗਭਗ ਇਹ ਪੈਸਾ ਲੱਗੂਗਾ। ਇਹ ਸੀਆਰਐਫ ਸੈਂਟਰਲ ਰੋਡ ਫੰਡਸ ਦੇ ਵਿੱਚੋਂ ਜਿਹੜਾ ਹੈਗਾ ਇਹ ਪੈਸਾ ਮਨਜ਼ੂਰ ਹੋਇਆ। ਦੇਖੋ ਹਰਿਆਣੇ ਵਾਲੇ ਨੈਸ਼ਨਲ ਹਾਈਵੇ ਦੀ ਡੀਪੀਆਰ ਭੇਜ ਕੇ ਉਹ ਆਪਣਾ ਅਲੱਗ ਕੰਮ ਸ਼ੁਰੂ ਕਰਾ ਗਏ ਤੇ ਫਿਰ ਉਹ ਕੰਮ ਨੂੰ ਨੇਪਰੇ ਚਾੜ੍ਹਨ ਵਾਸਤੇ ਮੈਂ ਸਮਝਦਾ ਇਹ 'ਚ ਹਰਿਆਣੇ ਦਾ ਵੀ ਯੋਗਦਾਨ ਆ ਤੇ ਆਪਣਾ ਜਿਹੜਾ ਸੀਗਾ ਵੀ ਆਪਾਂ ਵੀ ਯੋਗਦਾਨ ਪਾਇਆ। 36 ਕਰੋੜ ਰੁਪਏ ਦੇ ਕਰੀਬ ਲਗਭਗ ਪੈਸਾ ਇਹ ਸੈਂਟਰਲ ਰੋਡ ਫੰਡ ਵਿੱਚੋਂ ਸੀਆਰਐਫ ਦੇ ਵਿੱਚੋਂ ਆਊਗਾ। ਇਹ 'ਚ ਪੰਜਾਬ ਸਰਕਾਰ ਦੀ ਦੁਆਨੀ ਨਹੀਂ ਹੈਗੀ ਜੀ। ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਇਸ ਵਿੱਚ। ਪੰਜਾਬ ਸਰਕਾਰ ਦੇ ਬਿਆਨ ਨੇ ਜੀ ਇਹਦੇ ਵਿੱਚ, ਪੰਜਾਬ ਸਰਕਾਰ ਦੇ ਬਿਆਨ ਨੇ, ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ। ਜਿੰਨੇ ਵੀ ਮੈਂ ਸਮਝਦਾ ਬਹੁਤਾਤ ਕੰਮ ਨੇ ਆ ਹੁਣ 15ਵੇਂ ਵਿੱਤ ਕਮਿਸ਼ਨ ਦੇ 14ਵੇਂ ਵਿੱਤ ਕਮਿਸ਼ਨ ਦੇ ਪੈਸਿਆਂ ਦੇ ਨਾਲ ਹੀ ਉਹਨਾਂ ਗਲੀਆਂ ਨਾਲੀਆਂ ਦੇ ਉਦਘਾਟਨ ਕਰਦੇ ਫਿਰੀ ਜਾ ਰਹੇ। ਮੈਂ ਇੱਕ ਵਾਰੀ ਫੇਰ ਬੇਨਤੀ ਕਰਦਾ ਤੁਹਾਡੇ ਜ਼ਰੀਏ ਵੀ ਦੇਖੋ, ਜੇ ਮੈਂ ਵਕੀਲ ਆ ਤੇ ਮੈਂ ਪੱਖੇ ਠੀਕ ਕਰਦਾ ਫਿਰੀ ਜਾਵਾਂ, ਨਾ ਮੈਂ ਪੱਖਾ ਠੀਕ ਕਰ ਸਕੂੰਗਾ ਤੇ ਵਕਾਲਤ ਮੈਂ ਕਰੂੰਗਾ ਨਹੀਂ, ਮੇਰੇ ਬੰਦੇ ਕੇਸ ਹਾਰ ਜਾਣਗੇ। ਹੁਣ ਪੰਜਾਬੀ ਯੂਨੀਵਰਸਿਟੀ ਕੀ ਹੁਣ ਕੀ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਉਤਰਨ ਤੋਂ ਬਾਅਦ ਪਟਿਆਲੇ ਦਾ ਵਿਕਾਸ ਰੁਕੂਗਾ ਜਾਂ ਹੋਊਗਾ? ਦੇਖੋ ਮੈਨੂੰ ਇਹ ਲੱਗਦਾ ਵੀ ਮੇਰੇ ਇਲਾਕੇ ਦਾ ਵਿਕਾਸ ਉਹ ਰਫ਼ਤਾਰ ਜ਼ਰੂਰ ਫੜੂਗਾ। ਜੇ ਇਹ ਕੰਮਾਂ 'ਚ ਰੁਕਾਵਟਾਂ ਨਾ ਪਈਆਂ ਹੁੰਦੀਆਂ ਅੱਜ ਤੇ ਰੋਡ ਚੱਲਦੀ ਹੋਣੀ ਸੀ, ਕਿੰਨੀ ਸੋਹਣੀ ਰੋਡ ਹੋਣੀ ਸੀ। ਅਸੀਂ ਕੋਈ ਨਾ ਕੋਈ ਇੰਡਸਟਰੀ ਸਾਡੇ ਲਿਆਉਣ ਦੀ ਲੋੜ ਨਹੀਂ ਸੀ ਆਪ ਮਹਾਰੇ, ਕਿਉਂਕਿ ਇਹ ਰੋਡ ਮੇਰਾ ਦਾਵਾ ਇਹ ਵੀ ਇਸ ਸੜਕ ਨੇ ਜਿਹੜੀ ਸਾਡੀ ਦਿੱਲੀ ਅੰਮ੍ਰਿਤਸਰ ਜੀਟੀ ਰੋਡ ਆ ਉਹਦੇ ਨਾਲੋਂ ਵੀ ਵੱਧ ਚੱਲਣਾ ਸੀ ਇਸ ਰੋਡ ਨੇ, ਕਿਉਂਕਿ ਇੱਧਰ ਆ ਸੰਗਰੂਰ ਅੱਧਾ ਸਾਰਾ ਪਟਿਆਲਾ ਹੋ ਗਿਆ, ਅੱਧਾ ਸੰਗਰੂਰ ਹੋ ਗਿਆ, ਬਠਿੰਡੇ ਤੱਕ ਦੀ ਟ੍ਰੈਫਿਕ ਨੇ ਇੱਥੋਂ ਜਾਇਆ ਕਰਨਾ ਸੀਗਾ ਜੀ। ਇਹ ਰੋਡ ਪੰਜਾਬ ਦੀ ਸਭ ਤੋਂ ਜ਼ਿਆਦਾ ਚੱਲਣ ਵਾਲੀ ਰੋਡ ਹੋਣੀ ਸੀ ਤੇ ਇੰਡਸਟਰੀ ਆਪ ਮੁਹਾਰੇ ਆਣੀ ਸੀ, ਭੱਜ ਕੇ ਆਣੀ ਸੀ। ਇੱਥੇ ਹੋਰ ਇੰਡਸਟਰੀ ਨੂੰ ਕੀ ਚਾਹੀਦਾ ਹੁੰਦਾ, ਐਦਾਂ ਦੀ ਕਨੈਕਟੀਵਿਟੀ ਚਾਹੀਦੀ ਹੁੰਦੀ ਆ। ਸੋ ਮੈਂ ਸਮਝਦਾ ਦੇ ਕਾਰਨ ਇਹੀ ਨੇ ਜੀ ਹਾਂਜੀ ਸਾਰੇ ਵਿਕਾਸ ਦੇ ਕੰਮ। ਰੁਕਾਵਟ ਦਾ ਕਾਰਨ ਕਿਹਨੂੰ ਮੰਨਦੇ? ਰੁਕਾਵਟ ਦਾ ਕੰਮ ਕੇਵਲ ਤੇ ਕੇਵਲ ਮੈਂ ਸਮਝਦਾ ਜਿਹੜੇ ਬੰਦੇ 'ਚ ਇਨਫੀਰੀਅਰ ਕੰਪਲੈਕਸ ਹੋਵੇ ਨਾ, ਵੀ ਉਹ ਆਪ ਕੁਝ ਕਰਾ ਨਾ ਸਕਦੇ ਹੋਣ ਤੇ ਫਿਰ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਕਿਤੇ ਕੋਈ ਹੋਰ ਨਾ ਕਰਾ ਜਾਵੇ। ਮੈਂ ਸਿੱਧੇ ਰੂਪ ਵਿੱਚ ਕਹਿਣਾ ਵੀ ਮਹਾਰਾਣੀ ਪ੍ਰਨੀਤ ਕੌਰ ਜੀ ਭਾਵੇਂ ਉਹਨਾਂ ਨੂੰ ਗੱਲਾਂ 'ਚ ਪਾ ਕੇ ਮਤਲਬ ਇਹ ਕਰਵਾਇਆ ਗਿਆ ਵੀ ਤੁਸੀਂ ਇਦਾਂ ਕਰਵਾ ਲਓ। ਹੋਰ ਤਾਂ ਹੋਰ ਮੈਂ ਤੁਹਾਨੂੰ ਦੱਸਦਾ, ਜਿਹੜੀ ਆ ਪਟਿਆਲਾ ਚੀਕਾ ਰੋਡ ਆ, ਇਹ ਅਸੀਂ ਸੀਆਰਐਫ ਦੇ ਵਿੱਚੋਂ 16.5 ਕਰੋੜ ਰੁਪਏ ਦੇ ਨਾਲ ਉਦੋਂ ਤਿਆਰ ਕਰਵਾਈ ਸੀਗੀ। ਮਹੀਨਿਆਂ ਦੇ ਵਿੱਚ ਹੀ ਪੈਸਾ ਲੈ ਕੇ ਆਏ ਸੀ ਤੇ ਸਰਕਾਰ ਬਦਲ ਗਈ, ਚੱਲਦਾ ਕੰਮ ਰੋਕ ਲਿਆ ਸੀਗਾ। ਦੇਖਿਆ ਸੀ ਨਾ ਤੁਸੀਂ ਨੇ, ਜਦੋਂ ਮੈਂ ਅਫਸਰ ਅਧਿਕਾਰੀਆਂ ਨੂੰ ਪੁੱਛਿਆ, ਹੁਣ ਤਾਂ ਸ਼ਾਇਦ ਅਧਿਕਾਰੀ ਵੀ ਬੋਲਣ ਲੱਗ ਜਾਣ, ਉਦੋਂ ਤਾਂ ਡਰਦੇ ਸੀਗੇ ਬਹੁਤ, ਕਹਿੰਦੇ ਜੀ ਸਾਨੂੰ ਰੋਕਿਆ ਗਿਆ ਵੀ ਇਹਨੂੰ ਹਜੇ 2-3 ਮਹੀਨੇ ਤੱਕ ਚਲਾਉਣਾ ਹੈ, ਵੀ ਫਿਰ ਮਹਾਰਾਣੀ ਪ੍ਰਨੀਤ ਕੌਰ ਜੀ ਆ ਕੇ ਇਹਦਾ ਉਦਘਾਟਨ ਕਰਨਗੇ। ਮੈਂ ਕਿਹਾ ਯਾਰ ਉਹਨਾਂ ਨੂੰ ਕਹਿ ਦਿਓ, ਲੋਕਾਂ ਨੇ ਧਰਨੇ ਮਾਰਨੇ ਆ, ਲੋਕਾਂ ਨੇ ਤਾਂ ਭੁੱਲ ਜਾਣਾ ਜੇ ਇਹ 3 ਮਹੀਨੇ 'ਚ ਬਣ ਕੇ ਤਿਆਰ ਹੋ ਗਈ, ਸਾਲ 'ਚ ਭੁੱਲ ਜਾਣਗੇ ਵੀ ਕਿਹਨੇ ਬਣਾਈ ਸੀਗੀ। ਪਰ ਜੇ ਧਰਨੇ ਮਾਰ ਕੇ ਲੋਕਾਂ ਨੇ ਚਲਾਈ ਫਿਰ ਵੀ ਬਣਾਉਣੀ ਪੈਣੀ ਆ। ਤੇ ਫਿਰ ਉਹਨਾਂ ਨੇ ਅਫਸਰ ਸਾਹਿਬਾਨਾਂ ਨੇ ਹਿੰਮਤ ਕਰਕੇ ਸਮਝਾ ਕੇ ਉਹ ਰੋਡ ਦਾ ਕੰਮ ਸ਼ੁਰੂ ਕਰਵਾਇਆ ਸੀਗਾ। ਜਦੋਂ ਧਰਨਿਆਂ ਦੀ ਗੱਲ ਆਪਾਂ ਨੇ ਕਹੀ ਆ, ਨਹੀਂ ਉਹ ਵੀ ਰੁਕਵਾ ਗਏ ਸੀਗੇ। ਪਾਣੀ ਦਾ ਪ੍ਰੋਜੈਕਟ ਇਸ ਇਲਾਕੇ ਦਾ 100 ਕਰੋੜ ਰੁਪਇਆ ਉਹ ਲੈ ਗਏ। ਸੋ ਮੈਂ ਸਮਝਦਾ ਵੀ ਬੜਾ ਵੱਡਾ ਜਿੰਨਾ ਨੁਕਸਾਨ ਆ ਕੇਵਲ 4 ਪੁਲੀਆਂ ਆ ਇੱਕ ਰੋਡ ਆ, ਸਾਰੇ 4.5 ਸਾਲ ਇੱਕ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦਾ ਪਰਿਵਾਰ ਆ ਇੱਕ ਸੜਕ ਬਣਾ ਸਕਿਆ ਇਸ ਏਰੀਏ ਦੇ ਵਿੱਚ। 4.5 ਸਾਲ ਇੱਕੋ ਰੋਡ ਤੇ ਲੱਗੇ ਰਹੇ, ਕਦੇ ਇੱਕ ਪੁਲੀ ਪੱਟ ਦਿੰਦੇ ਸੀ, ਕਦੇ ਦੂਜੀ ਪੱਟ ਦਿੰਦੇ ਸੀਗੇ। ਮੈਂ ਸੋ ਉਹਨੂੰ ਹੀ ਵਿਕਾਸ ਕਹੀ ਗਏ ਵੀ ਅੱਜ ਆਹ ਪੁਲੀ ਦਾ ਕੰਮ ਸ਼ੁਰੂ ਹੋ ਗਿਆ। ਅੱਜ ਮੁੱਖ ਮੰਤਰੀ ਤੋਂ ਕੀ ਉਮੀਦ ਕਰਦੇ? ਦੇਖੋ ਮੈਂ ਨਵੇਂ ਮੁੱਖ ਮੰਤਰੀ ਸਾਹਿਬ ਨੂੰ ਕੱਲ੍ਹ ਵੀ ਵਧਾਈਆਂ ਦਿੱਤੀਆਂ ਸੀਗੀਆਂ, ਸ਼ੁਭਕਾਮਨਾਵਾਂ ਦਿੱਤੀਆਂ ਸੀਗੀਆਂ ਤੇ ਪਰ ਮੈਂ ਜੋ ਮਹਿਸੂਸ ਕਰਦਾ ਵੀ ਕੈਪਟਨ ਅਮਰਿੰਦਰ ਸਿੰਘ ਜੀ ਜਾਂ ਉਹਨਾਂ ਦੀ ਪਹਿਲੀ ਸਰਕਾਰ ਸੀਗੀ, ਜਿਹੜੇ 4.5 ਸਾਲ ਉਹਨਾਂ ਕੋਲੇ ਕਰਨ ਦੇ ਸੀਗੇ, ਪੌਣੇ 5 ਸਾਲ ਉਹ ਕਰ ਗਏ। ਹੁਣ ਤਾਂ ਜਿਹੜੀਆਂ ਲੋਕਾਂ ਦੀਆਂ ਗਾਲਾਂ ਨੇ, ਲੋਕਾਂ ਦੇ ਲਾਂਭੇ ਨੇ, ਉਹ ਵੀ ਉਹਦਾ ਸਿਹਰਾ ਜਿਹੜਾ ਅਸਫਲਤਾ ਦਾ ਸਿਹਰਾ ਉਹ ਚਰਨਜੀਤ ਸਿੰਘ ਚੰਨੀ ਦੇ ਸਿਰ ਤੇ ਭੰਨਿਆ ਜਾਵੇ, ਉਹਦੇ ਲਈ ਇਹਨਾਂ ਨੂੰ ਅੱਗੇ ਕਰਤੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਿੱਛੇ ਕਰ ਲਿਆ। ਮੁੱਖ ਮੰਤਰੀ ਬਦਲਿਆ, ਇਹ ਕਾਂਗਰਸ ਦਾ ਅੰਦਰੂਨੀ ਮਸਲਾ। ਪੰਜਾਬ ਦੇ ਲੋਕਾਂ ਨੇ ਤਾਂ ਜਿਹੜੇ ਪਿਛਲੇ
5 ਸਾਲਾਂ ਦੀ ਸਰਕਾਰ ਦੇ ਜਿਹੜੇ ਟੋਟਲ ਕਾਰਗੁਜ਼ਾਰੀ ਹੋਊਗੀ ਉਹਦੀ ਪਰਫਾਰਮੈਂਸ ਆ ਜਿਹੜੀ ਉਹ ਲੋਕਾਂ ਨੇ ਆਪਣੇ ਸਾਹਮਣੇ ਰੱਖਣੀ ਆ। ਪਰ ਮੈਂ ਅੱਜ ਜਿਹੜਾ ਮੇਨ ਮੁੱਦਾ ਸੀਗਾ ਆਪਣਾ ਮੈਂ ਫੇਰ ਆਉਣਾ ਵੀ ਆਹ ਸਬੂਤ ਆ ਤੁਹਾਡੇ ਸਾਹਮਣੇ। ਮੈਂ ਇਹਦਾ ਸਭ ਤੋਂ ਪਹਿਲਾਂ ਨਵੇਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਵੀ ਆਹ ਤੁਸੀਂ ਵੀ ਉਸ ਕੈਬਨਿਟ ਦੇ ਵਿੱਚ ਵਜ਼ੀਰ ਸੀ ਚੰਨੀ ਸਾਹਿਬ, ਜਿਸ ਕੈਬਨਿਟ ਦੇ ਜਿਸ ਸਰਕਾਰ ਦੇ ਇਹੋ ਜਿਹੇ ਕਾਰਨਾਮੇ ਸੀਗੇ। ਚੰਨੀ ਸਾਹਿਬ ਕਲੈਕਟਿਵ ਰਿਸਪੌਂਸਿਬਿਲਟੀ ਹੁੰਦੀ ਆ। ਜੇ ਕਿਸੇ ਇੱਕ ਮਹਿਕਮੇ ਦੇ ਵਿੱਚ ਕੋਈ ਘੁਟਾਲਾ ਹੁੰਦਾ ਜਾਂ ਸਰਕਾਰ ਦੀ ਕੋਈ ਗਲਤ ਨੀਤੀ ਬਣਦੀ ਆ ਜਾਂ ਚੰਗੀ ਨੀਤੀ ਬਣਦੀ ਆ ਤਾਂ ਉਹਦਾ ਸਿਹਰਾ ਇਕੱਲੇ ਮੁੱਖ ਮੰਤਰੀ ਨੂੰ ਨਹੀਂ ਮਿਲਦਾ ਹੁੰਦਾ, ਉਹ ਪੰਜਾਬ ਸਰਕਾਰ ਦਾ ਸਿਹਰਾ ਹੁੰਦਾ। ਜ਼ਿੰਮੇਵਾਰੀ ਚੰਗੇ ਕੰਮ ਦੀ ਵੀ ਮਾੜੇ ਕੰਮ ਦੀ ਵੀ ਸਮੁੱਚੇ ਰੂਪ ਵਿੱਚ ਸਾਰੇ ਮੰਤਰੀ ਮੰਡਲ ਦੀ ਹੋਇਆ ਕਰਦੀ ਹੁੰਦੀ ਆ। ਉਹਨੂੰ ਕਲੈਕਟਿਵ ਰਿਸਪੌਂਸਿਬਿਲਟੀ ਆਪਾਂ ਕਹਿੰਦੇ ਆ। ਸੋ ਮੈਂ ਸਮਝਦਾ ਵੀ ਜਿੰਨੀਆਂ ਹੁਣ ਤੱਕ ਸਫਲਤਾਵਾਂ ਹੋਈਆਂ ਚੰਨੀ ਸਾਹਿਬ ਉਹਦੇ 'ਚ ਬਰਾਬਰ ਦੇ ਹਿੱਸੇਦਾਰ ਰਹੇ ਨੇ ਤੇ ਐਸੀ ਰਾਜਨੀਤੀ ਦੇ ਵਿੱਚ ਚੰਨੀ ਸਾਹਿਬ ਬਰਾਬਰ ਦੇ ਹਿੱਸੇਦਾਰ ਰਹੇ ਨੇ। ਸੋ ਮੈਂ ਉਮੀਦ ਕਰਦਾ ਵੀ ਘੱਟੋ ਘੱਟ ਇਸ ਅਧਿਆਏ ਨੂੰ ਜੇ ਹੋਰ ਨਹੀਂ ਕੁਛ ਤਾਂ ਇਸ ਅਧਿਆਏ ਨੂੰ ਜ਼ਰੂਰ ਬ੍ਰੇਕਾਂ ਲੱਗਣ।